ਹੈਲੋ ਸਟੂਡੈਂਟ, ਸਾਡਾ ਕਲਾਸ 11 ਦਾ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਚੈਪਟਰ ਚੱਲਦਾ ਪਿਆ ਸੀ। ਇਹਦੇ ਵਿੱਚ ਅਸੀਂ એનર્ਜੀ ਲੈਵਲ ਡਾਇਗਰਾਮ ਕਰਦੇ ਪਏ ਹਾਂ, ਜਿਹਦੇ ਵਿੱਚ ਅਸੀਂ ਫਸਟ ਇਸ ਤੋਂ ਪਹਿਲਾਂ ਜਿਹੜਾ ਅਸੀਂ 2pz ਆਰਬਿਟਲ ਦੇ ਨਾਲ ਜਿਹੜੀ ਸੀ ਉਹ એનર્ਜੀ ਲੈਵਲ ਡਾਇਗਰਾਮ ਬਣਾ ਕੇ ਵੇਖੀ। ਬਟ ਹੁਣ ਇਸ ਦੇ ਵਿੱਚ ਕੀ ਕਰਾਂਗੇ ਜੀ, ਇਸ ਦੇ ਵਿੱਚ ਕੀ ਕਰਾਂਗੇ ਜੀ, ਉਹਦੇ ਵਿੱਚ ਅਸੀਂ ਸਿਗਮਾ ਬੌਂਡਿੰਗ ਦੀ ਐਗਜ਼ਾਮਪਲ ਲਈ ਸੀ। ਇਹਦੇ ਵਿੱਚ ਅਸੀਂ ਪਾਈ ਬੌਂਡ ਦੀ ਐਗਜ਼ਾਮਪਲ ਲਵਾਂਗੇ। ਮੀਨ ਉਹਦੇ ਵਿੱਚ ਅਸੀਂ ਆਰਬਿਟਲ ਕਿਹੜੇ ਲਏ ਸੀ ਜੀ, 2pz ਲਏ ਸੀ। ਹੁਣ ਇਹਦੇ ਵਿੱਚ ਅਸੀਂ ਲੈਟ ਕਰ ਲੈਂਦੇ ਹਾਂ ਕਿ ਅਸੀਂ 2px ਔਰ 2px ਦੋ ਆਰਬਿਟਲ ਲੈ ਲਾਂਗੇ, ਦੋ ਐਟੋਮਿਕ ਆਰਬਿਟਲ ਲੈ ਲਾਂਗੇ ਔਰ ਉਹਨਾਂ ਦੇ ਵਿੱਚ ਕਰਕੇ ਵੇਖਾਂਗੇ ਕਿ ਉਹਨਾਂ ਦੇ ਵਿੱਚ ਐਂਟੀ ਬੌਂਡਿੰਗ ਔਰ ਬੌਂਡਿੰਗ ਕਿੱਦਾਂ ਹੁੰਦੀ ਹੈ। ਮੈਂ ਕਹਿ ਸਕਦੇ ਹਾਂ ਕਿ ਜਿਹੜੇ ਮੋਲੀਕੂਲਰ ਆਰਬਿਟਲ ਬਣਨਗੇ ਉਹ ਐਂਟੀ ਬੌਂਡਿੰਗ 'ਚ ਕਿੱਦਾਂ ਦਾ ਬਣਦਾ ਵਾ ਔਰ ਬੌਂਡਿੰਗ ਦੇ ਵਿੱਚ ਕਿੱਦਾਂ ਦਾ ਬਣਦਾ ਵਾ। ਉਹਦੇ ਵਾਸਤੇ ਮੈਂ ਲੈਟ ਕਰ ਲਿਆ ਜੀ। ਇਹਦੇ ਵਾਸਤੇ ਮੈਂ ਐਟੋਮਿਕ ਆਰਬਿਟਲ ਲੈ ਲਿਆ ਜੀ 2px ਔਰ ਜਿਹੜਾ 2px ਹੈ ਵੇਖੋ ਇਹਦੇ ਵਿੱਚ ਇੱਕ ਕਲੌਕਵਾਈਜ਼ ਸਪਿਨ ਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੈ, ਸੋ ਇਹਦੀ ਪਾਵਰ 1 ਲਿਖ ਦਿਓ। ਇੱਕ ਇਲੈਕਟ੍ਰੋਨ ਹੈਗਾ ਵਾ। ਇੱਧਰ ਵੀ ਇੱਕ ਮੈਂ ਹੋਰ 2px ਆਰਬਿਟਲ ਲੈਟ ਕਰ ਲਿਆ। ਸੋ ਇੱਥੇ ਕੀ ਆ ਗਿਆ ਮੇਰਾ 2px। ਇਹਦੇ ਵਿੱਚ ਵੇਖੋ ਜੀ ਐਂਟੀ ਕਲੌਕਵਾਈਜ਼ ਸਪਿਨ ਦੇ ਵਿੱਚ ਇੱਕ ਇਲੈਕਟ੍ਰੋਨ ਪ੍ਰੈਜ਼ੈਂਟ ਹੈ, ਇਹਦੀ ਪਾਵਰ ਵੀ 1 ਲਿਖ ਦਿਓ। ਉਸ ਤੋਂ ਬਾਅਦ ਜੀ ਇਹਦੇ ਵਿੱਚ ਵੇਖੋ ਸਟੂਡੈਂਟ ਇਹਦੇ ਵਿੱਚ ਕੀ ਕਰਨਾ ਜੀ, ਸਭ ਤੋਂ ਪਹਿਲਾਂ ਕੀ ਹੈ ਜੀ, ਜਿਹੜੇ ਸਾਡੇ ਕੋਲ ਦੋਨੋਂ 2px ਐਟੋਮਿਕ ਆਰਬਿਟਲ ਹੈ ਇਹਨੂੰ ਅਸੀਂ ਪਲੱਸ ਕਰਾਂਗੇ। ਪਲੱਸ ਕਰਨਾ ਕੀ ਹੋਊਗਾ ਜੀ, ਵੇਖੋ ਇਹ ਕਲੌਕਵਾਈਜ਼ ਸਪਿਨ ਵਾਲਾ ਇਲੈਕਟ੍ਰੋਨ ਔਰ ਇਹ ਐਂਟੀ ਕਲੌਕ ਸਪਿਨ ਵਾਲਾ ਇਲੈਕਟ੍ਰੋਨ ਦੋਨੋਂ ਹੀ ਲੋਅਰ એનર્ਜੀ ਲੈਵਲ ਤੇ ਕੀ ਕਰਦੇ ਪਏ ਜੀ, ਓਵਰਲੈਪਿੰਗ ਕਰਦੇ ਪਏ ਆ ਔਰ ਬੌਂਡਿੰਗ ਕਰਦੇ ਪਏ ਆ। ਔਰ ਜਦੋਂ ਬੌਂਡਿੰਗ ਕਰਨਗੇ ਤੁਹਾਨੂੰ ਪਤਾ ਕਿ 2px ਕੀ ਕਰਦੇ ਆ ਜੀ, ਸਾਈਡ ਟੂ ਸਾਈਡ ਓਵਰਲੈਪਿੰਗ ਕਰਦੇ ਆ। ਜਿੱਥੇ ਸਾਈਡ ਟੂ ਸਾਈਡ ਓਵਰਲੈਪਿੰਗ ਹੋਵੇ ਮੀਨ ਉੱਥੇ ਪਾਈ ਬੌਂਡਿੰਗ ਹੁੰਦੀ ਹੈ। ਸੋ ਇੱਥੇ ਕੀ ਆ ਜਾਊਗਾ ਪਾਈ, ਸੋ ਇੱਥੇ ਤੁਹਾਡਾ ਆ ਜਾਊਗਾ ਬੌਂਡਿੰਗ ਪਾਈ 2px और देखो इलेक्ट्रॉन कहने हैं 1 और 2 p की पावर 2 आ जाएगी क्योंकि इसमें दो इलेक्ट्रॉन है। और ये बन गई ਤੁਹਾਡੀ बॉन्डिंग पाई मॉलिक्यूलर ऑर्बिटल। ਇਹਨੂੰ ਬੋਲਾਂਗੇ बॉन्डिंग पाई मॉलिक्यूलर ऑर्बिटल और ਇਹ ਲੋਅਰ એનર્ਜੀ ਲੈਵਲ ਦੇ ਉੱਤੇ ਬਣਦਾ ਪਿਆ। ਹੁਣ ਅਸੀਂ ਹਾਇਰ એનર્ਜੀ ਲੈਵਲ ਤੇ ਗੱਲ ਕਰਾਂਗੇ ਜੀ। ਹਾਇਰ એનર્ਜੀ ਲੈਵਲ ਵਾਸਤੇ ਜਿਹੜੇ ਅਸੀਂ ਦੋਨੋਂ ਆਰਬਿਟਲ ਲੈਟ ਕੀਤੇ ਆ ਉਹਨੂੰ ਅਸੀਂ ਮਾਈਨਸ ਕਰਦੇ ਹਾਂ। ਔਰ ਹਾਇਰ એનર્ਜੀ ਲੈਵਲ ਤੇ ਦੇਖੋ ਜੀ ਕੀ ਹੋਊਗਾ, ਇਹਦੇ ਵਿੱਚ ਦੋਨੋਂ ਇਲੈਕਟ੍ਰੋਨ ਜਿੱਥੇ ਯੂਜ਼ ਹੋ ਗਏ। ਹਾਇਰ એનર્ਜੀ ਲੈਵਲ ਵਾਸਤੇ ਕੋਈ ਇਲੈਕਟ੍ਰੋਨ ਬਚਦਾ ਹੀ ਨਹੀਂਗਾ। ਸੋ ਇੱਥੇ ਕੀ ਆ ਜਾਊਗਾ ਤੁਹਾਡਾ एंटी बॉन्डिंग वास्ते स्टार ला दीदा जी नाल। एंटी बॉन्डिंग स्टार का मीन होता एंटी बॉन्डिंग। इस वक्त की रहा जी एंटी बॉन्डिंग पाई मॉलिक्यूलर ऑर्बिटल, इहदे नाल की आ जाऊगा 2px। और देखो ये कोई इलेक्ट्रॉन प्रेजेंट नहीं है, इस करके इसकी पावर कोई भी नहीं रवांगे। ये तुहाडे कोल की आ गया जी एंटी बॉन्डिंग पाई 2px। जेड़ा स्टार लगाया ਇਹਦਾ मीन होता एंटी बॉन्डिंग। सो देखो जी ये सिंपल आपां गल कर ली कि हायर एनर्जी लैवल ते साडा एंटी बॉन्डिंग है और लोअर एनर्जी लैवल ते साडा बॉन्डिंग मॉलिक्यूलर ऑर्बिटल है। और ये दोनों की ही तो 2px ਜਿਹੜੇ ਲੈਟ ਕੀਤੇ ਆ ਇਹ ਵੀ ਐਟੋमिक ऑर्बिटल है, ये भी एटॉमिक ऑर्बिटल है। मीन बिफोर रिएक्शन बिफोर ओवरलैपिंग दोनों ही एटॉमिक ऑर्बिटल है और आफ्टर रिएक्शन और आफ्टर बॉन्डिंग दोनों ही मॉलिक्यूलर ऑर्बिटल बन जाते हैं। सो ਇਹ ਸਾਡਾ ਮੇਨ ਟੌਪਿਕ ਹੀ ਇਹਦੇ ਵਿੱਚ। ਸੋ ਇਹਦੇ ਵਿੱਚ ਕੀ ਕਰਾਂਗੇ ਜੀ, ਪਹਿਲਾਂ ਅਸੀਂ ਇਹ ਵਾਲੇ ਕੇਸ ਦੀ ਗੱਲ ਕਰ ਲਾਂਗੇ, ਪਲੱਸ ਵਾਲੇ ਕੇਸ ਦੀ ਗੱਲ ਕਰ ਲਾਂਗੇ। ਚਲੋ ਆਪਾਂ ਪਹਿਲਾਂ ਮਾਈਨਸ ਵਾਲੇ ਕੇਸ ਦੀ ਗੱਲ ਕਰਦੇ ਹਾਂ। ਮਾਈਨਸ ਵਾਲੇ ਕੇਸ ਦੀ ਵੇਖੋ ਜੀ ਕੀ ਹੋਊਗਾ, ਜਿਹੜਾ 2px ਆ 2px ਦੀ ਸ਼ੇਪ ਕਿਦਾਂ ਦੀ ਹੁੰਦੀ ਆ। ਆਪਾਂ ਇੱਥੇ ਗੱਲ ਕਰਾਂਗੇ ਹੁਣ ਐਂਟੀ ਬੌਂਡਿੰਗ ਪਾਈ ਬੌਂਡ। ਇੱਥੇ ਆਪਾਂ ਚੇਂਜ ਕਰ ਲੈਂਦੇ ਹਾਂ, ਇੱਥੇ ਵੀ ਆਪਾਂ ਬੌਂਡਿੰਗ ਦੀ ਗੱਲ ਕਰਨੀ ਹੈ, ਇੱਥੇ ਵੀ ਆਪਾਂ ਪਾਈ ਕਰ ਲੈਂਦੇ ਹਾਂ। ਸੋ ਇਹਦੇ ਵਿੱਚ ਵੇਖੋ ਜੀ ਇਹਦੇ ਵਾਸਤੇ ਕੀ ਕਰਾਂਗੇ, ਇਹਦੇ ਵਾਸਤੇ ਅਸੀਂ ਇਹਨੂੰ ਚੇਂਜ ਕਰ ਲਿਆ। ਔਰ ਇੱਥੇ ਵੇਖੋ ਜੀ ਜਿਹੜੇ ਐਂਟੀ ਬੌਂਡਿੰਗ ਦੀ ਗੱਲ ਕਰਾਂਗੇ, ਐਂਟੀ ਬੌਂਡਿੰਗ ਵਾਸਤੇ ਵੇਖੋ ਜੀ ਅਸੀਂ ਸ਼ੇਪ ਲੈ ਲੈਣੀ ਹੈ। ਸਾਡਾ ਜਿਹੜਾ 2px ਹੁੰਦਾ ਉਹਦੀ ਸ਼ੇਪ ਇਦਾਂ ਦੀ ਹੁੰਦੀ ਹੈ। ਇਹ ਤਾਂ ਡਾਇਰੈਕਟ 2px ਆ ਗਿਆ। ਉਸ ਤੋਂ ਬਾਅਦ ਦੇਖੋ ਜੀ ਇਧਰ ਤੁਸੀਂ ਲਿਖ ਲਓ ਪਲੱਸ ਔਰ ਇਧਰ ਲਿਖ ਲਓ ਮਾਈਨਸ। ਔਰ ਜਦੋਂ ਅਸੀਂ ਐਂਟੀ ਬੌਂਡਿੰਗ ਦੀ ਗੱਲ ਕਰੀਏ ਤਾਂ ਵਿੱਚ ਸਾਈਨ ਮਾਈਨਸ ਦਾ ਹੁੰਦਾ ਵਾ। ਉਸ ਤੋਂ ਬਾਅਦ ਇੱਕ ਹੋਰ 2px ਲੈਣਾ ਵਾ ਕਿਉਂਕਿ ਅਸੀਂ ਦੋ ਲੈਟ ਕੀਤੇ ਸੀ। ਜਿਹੜਾ ਦੂਸਰਾ 2px ਹੈ ਉਹਨੂੰ ਇਦਾਂ ਨੋਟ ਕਰ ਲਓ ਔਰ ਇੱਥੇ ਤੁਹਾਡਾ ਪਲੱਸ ਇੱਥੇ ਮਾਈਨਸ। ਔਰ ਵੇਖੋ ਜੀ आफ्टर ओवरलैपिंग आफ्टर एक्शन की हो गई तो पता है ये नोड बन जाती है। इदा नोड बना लिया जी मैं। और जो नोड है नोड के नियर अबाउट इलैक्ट्रॉन डेंसिटी पुअर होती है, कह सकते कोई भी इलैक्ट्रॉन प्रेजेंट नहीं होता। सो इत्थे की बन जूगा तुहाडा आपां बना के दिखा देंगे। सो इदा करके शेप क्रिएट हो जूगी जी और इदा करके शेप क्रिएट हो जूगी। और ये बिल्कुल सेंटर पॉइंट है, इत्थे तुहाडा न्यूक्लियस प्रेजेंट होगा। जो भी आफ्टर बॉन्डिंग गल करिए इत्थे तुहाडा न्यूक्लियस प्रेजेंट होगा।
ਇਹਦੇ ਵਿੱਚ ਵੀ ਤੁਸੀਂ ਕਰ ਸਕਦੇ ਜਿਹੜਾ 2px ਦਾ ਨਿਊਕਲੀਅਸ ਇੱਥੇ ਪ੍ਰੈਜ਼ੈਂਟ ਹੋਊਗਾ, ਇਹਦਾ ਵੀ ਨਿਊਕਲੀਅਸ ਇੱਥੇ ਪ੍ਰੈਜ਼ੈਂਟ ਹੋਊਗਾ। ਇਸ ਪਲੀਜ਼ ਜਿਹੜੀਆਂ ਪਿਛਲੇ ਵਾਲੇ ਡਾਇਗਰਾਮ ਕਰਾਈਆਂ ਨਾ, ਮੈਨੂੰ ਉਹਦੇ ਤੁਹਾਨੂੰ ਦੱਸਣ ਦਾ ਚੇਤਾ ਭੁੱਲ ਗਿਆ ਵਾ। ਉਹਦੇ ਵਿੱਚ ਵੀ ਤੁਸੀਂ ਕੀ ਕਰਨਾ ਵਾ, ਜਿਹੜੇ ਇਹ ਵਾਲੇ ਸੈਂਟਰ ਪੁਆਇੰਟ ਹੋਣਗੇ, ਅਗਰ ਐਟੋਮਿਕ ਆਰਬਿਟਲ ਹੈ ਤਾਂ ਉਹਦਾ ਨਿਊਕਲੀਅਸ ਇੱਥੇ ਪ੍ਰੈਜ਼ੈਂਟ ਹੋਊਗਾ। ਅਗਰ ਮੋਲੀਕੂਲਰ ਆਰਬਿਟਲ ਹੈ ਤਾਂ ਉਹਨਾਂ ਵਿੱਚ ਜਦੋਂ ਵੀ ਬੌਂਡਿੰਗ ਹੁੰਦੀ ਆ, ਚਾਹੇ ਹੁੰਦੀ ਹੈ ਚਾਹੇ ਨਹੀਂ ਹੁੰਦੀ, ਚਾਹੇ ਐਂਟੀ ਬੌਂਡਿੰਗ ਚਾਹੇ ਬੌਂਡਿੰਗ ਹੈ, ਉਹਦੇ ਨਿਊਕਲੀਅਸ ਇੱਥੇ ਪ੍ਰੈਜ਼ੈਂਟ ਹੋਣਗੇ। ਔਰ ਇਹਦੇ ਵਿੱਚ ਕੋਈ ਚਾਰਜ ਇੱਥੇ ਪਲੱਸ ਆ ਗਿਆ, ਇੱਥੇ ਮਾਈਨਸ ਆ ਗਿਆ, ਔਰ ਇਹ ਵੇਵ ਫਾਰਮ ਕਰਕੇ ਹੁੰਦਾ ਨਾ ਕਿ ਨਿਊਕਲੀਅਸ ਔਰ ਇਲੈਕਟ੍ਰੋਨ ਕਰਕੇ, ਕਿਉਂਕਿ ਜਿਹੜੇ ਆਰਬਿਟਲ ਹੈ ਉਹਨੂੰ ਵੇਵ ਫੰਕਸ਼ਨ ਕੰਸੀਡਰ ਕਰਦੇ ਆ। ਉਸ ਤੋਂ ਬਾਅਦ ਇੱਧਰ ਵੇਖ ਲਓ ਜੀ, ਇੱਧਰ ਵੀ ਸੇਮ ਹੀ ਬਣ ਜੂਗਾ ਇਦਾਂ ਕਰਕੇ, ਇੱਕ ਇੱਥੇ ਬਣ ਜੂਗਾ ਔਰ ਇੱਕ ਇੱਥੇ ਬਣ ਜੂਗਾ, ਔਰ ਸੈਂਟਰ ਦੇ ਵਿੱਚ ਨਿਊਕਲੀਅਸ ਆ ਜਾਊਗਾ। ਔਰ ਇਹਦੇ ਵਿੱਚ ਸਾਈਨ ਆਪੋਜ਼ਿਟ ਕਰ ਦੋ, ਇੱਧਰ ਪਲੱਸ ਹੈ, ਇੱਧਰ ਮਾਈਨਸ ਹੈ, ਇੱਧਰ ਮਾਈਨਸ ਇੱਧਰ ਪਲੱਸ ਕਰ ਦੋ। ਔਰ ਇਹਦੇ ਸੈਂਟਰ ਦੇ ਵਿੱਚ ਲੋਡ ਆ ਗਈ, ਲੋਡ ਕੀ ਹੈ, ਜਿਸ ਇੱਕ ਸਪਰੇਸ਼ਨ ਵਾਲ ਹੁੰਦੀ ਹੈ, ਔਰ ਇਹਦੇ ਨੀਅਰ ਅਬਾਊਟ ਇਲੈਕਟ੍ਰੋਨ ਦੀ ਡੈਂਸਿਟੀ ਬਿਲਕੁਲ ਪੂਰ ਹੁੰਦੀ ਹੈ। ਔਰ ਦੇਖੋ ਜਿਹੜੇ ਦੋਨੋਂ ਸਾਈਡ ਨਿਊਕਲੀਅਸ ਹੈ, ਇਹਦਾ ਨਿਊਕਲੀਅਸ ਔਰ ਇਹਦਾ ਨਿਊਕਲੀਅਸ, ਦੋਨਾਂ ਦੇ ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੁੰਦਾ, ਔਰ ਦੋਨੋਂ ਸਾਈਡ ਪੋਜ਼ਿਟਿਵ ਚਾਰਜ ਕੀ ਕਰਨਗੇ, ਰਿਪੈਲ ਕਰਨਗੇ। ਰਿਪੈਲ ਕਰਨਾ ਐਨਰਜੀ ਲੈਵਲ ਇਨਕਰੀਜ਼ ਹੋ ਜਾਂਦਾ ਵਾ। ਸੋ ਜਿਹੜੀ ਐਂਟੀ ਬੌਂਡਿੰਗ ਹੈ ਉਹ ਹਾਇਰ ਐਨਰਜੀ ਲੈਵਲ ਤੇ ਬਣ ਗਈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਬੌਂਡਿੰਗ ਪਾਈ ਬੌਂਡ ਦੀ, ਔਰ ਇਹਦੇ ਵਿੱਚ ਬੌਂਡਿੰਗ ਪਾਈ ਬੌਂਡ ਦੇ ਵਿੱਚ ਵੀ ਸੇਮ ਹੀ ਹੈ ਜੀ। ਆਪਾਂ ਇੱਕ 2px ਇੱਥੇ ਲਿਖ ਲਿਆ, ਔਰ ਇਹਦੇ ਵਿੱਚ ਪਲੱਸ ਦਾ ਸਾਈਨ ਹੈ, ਉਹ ਕਿਉਂਕਿ ਬੌਂਡਿੰਗ ਦੀ ਗੱਲ ਕਰਦੇ ਪਏ, ਔਰ ਜਿਹੜਾ ਸੈਕੰਡ 2px ਲੈਟ ਕੀਤਾ ਉਹ ਇੱਥੇ ਲਿਖ ਲਿਆ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੇ ਸੈਂਟਰ ਦੇ ਵਿੱਚ ਇਹ ਨਿਊਕਲੀਅਸ ਆ ਜਾਣਗੇ, ਇੱਥੇ ਵੀ ਨਿਊਕਲੀਅਸ ਆ ਜਾਊਗਾ। ਔਰ ਵੇਵ ਫਾਰਮ ਵਾਲੇ ਚਾਰਜ ਕਿੱਥੇ ਹੋਣਗੇ ਜੀ, ਵੇਵ ਫਾਰਮ ਵਾਲੇ ਚਾਰਜ ਪਲੱਸ ਇੱਥੇ ਆ ਗਿਆ, ਮਾਈਨਸ ਇੱਥੇ ਆ ਗਿਆ, ਪਲੱਸ ਇੱਥੇ ਆ ਗਿਆ, ਮਾਈਨਸ ਇੱਥੇ ਆ ਗਿਆ। ਔਰ ਉਸ ਤੋਂ ਬਾਅਦ ਵੇਖੋ ਜੀ, ਆਫਟਰ ਓਵਰਲੈਪਿੰਗ ਜਾਂ ਆਫਟਰ ਬੌਂਡਿੰਗ ਕੀ ਹੋਊਗਾ ਜੀ, ਸਾਡੇ ਕੋਲ ਇਦਾਂ ਬਣ ਜਾਊਗਾ। ਆਪਾਂ ਬਣਾ ਲੈਂਦੇ ਇਹਨੂੰ, ਸੋ ਇਦਾਂ ਕਰਕੇ ਬਣ ਜਾਣਗੇ ਜੀ। ਔਰ ਇਹਨੂੰ ਆਪਾਂ ਥੋੜਾ ਜਿਹਾ ਲੰਮਾ ਬਣਾ ਲੈਂਦੇ ਆ, ਥੋੜਾ ਜਿਹਾ ਮਤਲਬ ਛੋਟਾ ਬਣ ਗਿਆ। ਸੋ ਇਹਦੇ ਵਿੱਚ ਕੀ ਹੋ ਗਿਆ ਜੀ, ਇਦਾਂ ਕਰਕੇ ਆਪਾਂ ਲਾਈਨ ਜੀ ਲਗਾਵਾਂਗੇ ਇਹਦੇ ਵਿੱਚ। ਔਰ ਦੇਖੋ ਜੀ, ਜਦੋਂ ਬੌਂਡਿੰਗ ਹੋ ਗਈ, ਦੋਨੋਂ 2px ਦੇ ਵਿੱਚ ਬੌਂਡਿੰਗ ਹੋ ਗਈ, ਇੱਕ ਸਾਈਡ ਸਾਡਾ ਪਲੱਸ ਚਾਰਜ ਆ ਗਿਆ, ਇੱਕ ਸਾਈਡ ਮਾਈਨਸ ਚਾਰਜ ਆ ਗਿਆ। ਔਰ ਇਹ ਚਾਰਜ ਕਦੇ ਕਰਕੇ ਆਇਆ ਜੀ, ਆਰਬਿਟਲ ਵੇਵ ਫੰਕਸ਼ਨ ਕਰਕੇ। ਔਰ ਜਿਹੜੇ ਇਹਦੇ ਨਿਊਕਲੀਅਸ ਹੈ, ਇੱਕ ਦਾ ਨਿਊਕਲੀਅਸ ਇੱਥੇ ਆ ਜਾਊਗਾ ਔਰ ਇੱਕ ਦਾ ਨਿਊਕਲੀਅਸ ਇੱਥੇ ਆ ਜਾਊਗਾ। ਔਰ ਜਿਹੜੇ ਇਲੈਕਟ੍ਰੋਨ ਹੈ ਉਹ ਇਹਦੇ ਕਹਿ ਸਕਦੇ ਹਾਂ ਕਿ ਆਰਬਿਟਲ ਦੇ ਜਿਹੜੇ ਆਰਬਿਟਲ ਦੇ ਵਿੱਚ ਇਲੈਕਟ੍ਰੋਨ ਹੋਣਗੇ। ਆਰਬਿਟਲ ਦੀ ਜਿਹੜੀ ਆਊਟਰ ਵਾਲ ਆ ਜਾਂ ਆਊਟਰ ਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਹੋਣਗੇ। ਔਰ ਉਸ ਤੋਂ ਬਾਅਦ ਕੀ ਹੈ ਜੀ, ਜਿਹੜੇ ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੁੰਦਾ ਵਾ ਔਰ ਇਲੈਕਟ੍ਰੋਨ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਵਾ, ਪੋਜ਼ਿਟਿਵ ਨੈਗੇਟਿਵ ਕੀ ਕਰਨਗੇ ਜੀ, ਰਿਪੈਲ ਕਰਨਗੇ। ਨਹੀਂ ਤੁਹਾਡੇ ਨਿਊਕਲੀਅਸ ਜਿਹੜੇ ਆ, ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੈ, ਔਰ ਜਿਹੜੇ ਆਊਟਰ ਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਹੈ ਉਹਨਾਂ ਦੇ ਨੈਗੇਟਿਵ ਚਾਰਜ ਹੈ। ਔਰ ਪੋਜ਼ਿਟਿਵ ਔਰ ਨੈਗੇਟਿਵ ਕੀ ਕਰਦੇ ਆ ਜੀ, ਅਟਰੈਕਟ ਕਰਦੇ ਆ। ਅਟਰੈਕਟ ਕਰਨਾ ਕੀ, ਇਹਦੇ ਵਿੱਚ ਬੌਂਡਿੰਗ ਹੋਗੀ। ਔਰ ਇਹ ਕਿਹੜੀ ਬੌਂਡਿੰਗ ਹੋਗੀ ਜੀ, ਬੌਂਡਿੰਗ ਪਾਈ ਬੌਂਡ। ਇਹਨੂੰ ਬੌਂਡਿੰਗ ਪਾਈ ਬੌਂਡ ਵੀ ਕਹਿ ਸਕਦੇ ਆ, ਬੌਂਡਿੰਗ ਪਾਈ ਬੌਂਡੀਕੂਲਰ ਆਰਬਿਟਲ ਵੀ ਕਹਿ ਸਕਦੇ ਆ। ਸੋ ਇੱਥੇ ਤੁਹਾਡੀ ਬੌਂਡਿੰਗ ਜਿਹੜੀ ਸੀ ਡਨ ਹੋ ਗਈ। ਮੀਨ ਜਦੋਂ ਅਟਰੈਕਸ਼ਨ ਹੁੰਦੀ ਆ, એનર્ਜੀ ਲੈਵਲ ਲੋ ਹੋ ਜਾਂਦਾ ਵਾ, ਇੰਨੀ એનર્ਜੀ ਦੀ ਜ਼ਰੂਰਤ ਨਹੀਂ ਪੈਂਦੀ, ਆਪਣੇ ਆਪ ਹੀ ਵਰਕ ਹੋ ਜਾਂਦਾ ਵਾ। ਪੋਜ਼ਿਟਿਵ ਨੈਗੇਟਿਵ ਆਪੇ ਅਟਰੈਕਟ ਕਰ ਲੈਂਦੇ ਆ। ਜਿਵੇਂ ਦੀ ਤੁਹਾਡੇ ਘਰ ਦੇ ਵਿੱਚ ਮੈਗਨੇਟ ਹੁੰਦੀ ਹੈ ਨਾ, ਅਗਰ ਉਹਦਾ ਨਾਰਥ ਸਾਊਥ ਪੋਲ ਬਿਲਕੁਲ ਕਲੋਜ਼ ਲੈ ਕੇ ਜਾਓਗੇ, ਆਪਣੇ ਆਪ ਹੀ ਅਟਰੈਕਸ਼ਨ ਹੋਈ, ਤੁਹਾਨੂੰ ਕੋਈ ਫੋਰਸ ਲਗਾਉਣ ਦੀ ਲੋੜ ਨਹੀਂ ਪੈਂਦੀ। ਸੇਮ ਇਹਦੇ ਵਿੱਚ ਕੰਡੀਸ਼ਨ ਹੈ ਕਿ ਪੋਜ਼ਿਟਿਵ ਨੈਗੇਟਿਵ ਆਪਣੇ ਆਪ ਹੀ ਅਟਰੈਕਟ ਕਰ ਲੈਂਦੇ ਆ। ਔਰ ਅਟਰੈਕਟ ਕਰਨਾ ਕੀ ਹੈ ਜੀ, ਸਾਨੂੰ ਜਿਹੜਾ ਇੰਨਾ ਜ਼ਿਆਦਾ એનર્ਜੀ ਲਗਾਉਣੀ ਨਹੀਂ ਪੈਂਦੀ, ਕਹਿ ਸਕਦੇ એનર્ਜੀ ਲੈਵਲ ਲੋ ਹੁੰਦਾ ਵਾ। ਔਰ ਲੋ ਲੈਵਲ ਤੇ ਸਾਡੀ ਕੀ ਬਣ ਜਾਂਦੀ ਆ, ਬੌਂਡਿੰਗ ਪਾਈ ਮੋਲੀਕੂਲਰ ਆਰਬਿਟਲ। ਔਰ ਹਾਈ એનર્ਜੀ ਲੈਵਲ ਤੇ ਕੀ ਬਣ ਗਿਆ ਜੀ, ਜਿੱਥੇ ਦੋਨੋਂ ਨਿਊਕਲੀਅਸ ਕੀ ਕਰਦੇ ਪਏ, ਰਿਪੈਲ ਕਰਦੇ ਪਏ। ਔਰ ਹਾਈ એનર્ਜੀ ਲੈਵਲ ਦੇ ਉੱਤੇ ਐਂਟੀ ਬੌਂਡਿੰਗ ਪਾਈ ਮੋਲੀਕੂਲਰ ਆਰਬਿਟਲ ਬਣਾਉਂਦੇ ਪਏ। ਸੋ ਇਹਦੇ ਨਾਲ ਤੁਹਾਡੀ ਇਹ ਵਾਲੀ ਜਿਹੜੀ ਡਾਇਗਰਾਮ ਹੈ, ਇਹ ਵਾਲੀ ਡਾਇਗਰਾਮ ਜਿਹੜੀ ਆਪਣੀ ਖਤਮ ਹੋ ਗਈ ਆ। ਔਰ ਇਹ ਵਾਲੀ ਚੀਜ਼ ਉਹਦੇ ਵਿੱਚ ਵੀ ਨੋਟ ਕਰ ਲੈਣਾ ਜੀ, ਜਿਹੜੇ ਉਹਦੇ ਸੈਂਟਰ ਹੈ, ਸੈਂਟਰ ਦੇ ਵਿੱਚ ਇਹ ਜਿਹੜੇ ਸੈਂਟਰ ਮੈਂ ਉਹਦੇ ਦੱਸਿਆ ਨਹੀਂ ਤੁਹਾਨੂੰ, ਇਹਦੇ ਵਿੱਚ ਸੈਂਟਰ ਦੇ ਵਿੱਚ ਕੀ ਨਿਊਕਲੀਅਸ ਹੋਣਗੇ, ਇੱਥੇ ਵੀ ਨਿਊਕਲੀਅਸ ਹੋਣਗੇ, ਇੱਥੇ ਵੀ ਨਿਊਕਲੀਅਸ। ਇਦਾਂ ਇਹ ਵੀ ਜਿਹੜੇ ਤੁਹਾਡੇ ਪੁਆਇੰਟ ਮਾਰਕ ਕੀਤੇ ਆ, ਇਹ ਨਿਊਕਲੀਅਸ ਹੋਣਗੇ। ਕਿਹਦੇ ਨਿਊਕਲੀਅਸ ਹੋਣਗੇ ਜੀ, ਇਹ ਵਾਲੇ ਆਰਬਿਟਲ ਦਾ, ਇਹ ਵਾਲੇ ਆਰਬਿਟਲ ਦਾ। ਇਹਦਾ ਜਦੋਂ ਬੌਂਡਿੰਗ ਹੋਈ ਦੋਨਾਂ ਦੀ, ਇਹਦੇ ਵਿੱਚ ਵੀ ਸੈਪਰੇਟ ਦੋਨਾਂ ਦੇ ਨਿਊਕਲੀਅਸ ਆ, ਇੱਥੇ ਜਦੋਂ ਬੌਂਡਿੰਗ ਹੋਗੀ ਦੋਨਾਂ ਦੇ ਇਦਾਂ ਕਰਕੇ ਬਣ ਜਾਣਗੇ। ਔਰ ਇਹ ਤੁਸੀਂ ਆਪਦੀ ਕਾਪੀ ਤੇ ਨੋਟ ਕਰ ਲੈਣੇ ਆ। ਉਸ ਤੋਂ ਬਾਅਦ ਇਹਦੇ ਵਿੱਚ ਨੈਕਸਟ ਟੌਪਿਕ ਆਪਾਂ ਕਰਦੇ ਆ ਜੀ। ਔਰ ਜਿਹੜਾ ਨੈਕਸਟ ਟੌਪਿਕ ਆ, ਇਹਨੂੰ ਥੋੜਾ ਰਬ ਕਰ ਲੈਂਦੋ, ਅਰੇਂਜ ਕਰਕੇ ਆਪਾਂ ਉਸੇ ਵੇਲੇ ਕਰ ਲੈਣਾ ਜੀ। ਸੋ ਇਹਨੂੰ ਅਰੇਂਜ ਕਰਨਾ ਮਾੜਾ ਜਿਹਾ, ਅਰੇਂਜ ਕਰਨ ਤੋਂ ਬਾਅਦ ਆਪਾਂ ਅੱਗੇ ਸ਼ੁਰੂ ਕਰਦੇ ਹਾਂ।
सो स्टूडेंट नेक्स्ट टॉपिक आ गया साडा नेक्स्ट टॉपिक आ गया जी बच्चे इलेक्ट्रॉनिक कॉन्फ़िगरेशन एंड मॉलिक्यूलर बिहेवियर नेक्स्ट टॉपिक आ गया जी बच्चे इलेक्ट्रॉनिक कॉन्फ़िगरेशन एंड मॉलिक्यूलर बिहेवियर ਇਹ ਵੀ ਤੁਹਾਡਾ ਟੌਪਿਕ ਜਿਹੜਾ ਵਾ ਬਹੁਤ ਵਧੀਆ ਟੌਪਿਕ ਹੈ ਜੀ ਇਹਦੇ ਵਿੱਚ ਸੋ ਇਹਦੇ ਵਿੱਚ ਇੱਕ ਦੋ ਚੀਜ਼ਾਂ ਆਪਣੀਆਂ ਸਮਝਣ ਵਾਲੀਆਂ ਨੇ ਸਾਰਿਆਂ ਦੇ ਪੀਰੀਓਡਿਕ ਟੇਬਲ ਵੇਖੇ ਹੀ ਹੈ ਜੀ ਇਹਦਾ ਟੌਪਿਕ ਦਾ ਨਾਮ ਹੈਗਾ ਜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਐਂਡ ਮੋਲੀਕੂਲਰ ਬਿਹੇਵੀਅਰ ਔਰ ਇਹਦੇ ਵਿੱਚ ਤੁਸੀਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਜੀ ਜਿਹੜਾ ਸਾਡਾ ਪੀਰੀਓਡਿਕ ਟੇਬਲ ਹੈ ਉਹਦਾ ਜਿਹੜਾ ਗਰੁੱਪ 17 ਹੈ ਹਾਈਲੀ ਇਲੈਕਟ੍ਰੋਨੈਗੇਟਿਵ ਹੁੰਦਾ ਵਾ ਅਸੀਂ ਪੀ ਬਲੌਕ 'ਚ ਪੜਾਂਗੇ ਅੱਗੇ ਜਾ ਕੇ ਔਰ ਜਿਹੜਾ ਆਕਸੀਜਨ ਹੈ ਉਹ ਵੀ ਹਾਈਲੀ ਇਲੈਕਟ੍ਰੋਨੈਗੇਟਿਵ ਹੁੰਦਾ ਮੀਨ ਅਸੀਂ O2 ਔਰ एंड F2 की गल कर रहे हैं O2 मीन ऑक्सीजन और F2 मीन फ्लोरीन O2 मीन ऑक्सीजन गैस F2 मीन फ्लोरीन गैस ये ਤੁਹਾਡਾ ਗਰੁੱਪ 17 ਚ ਆਉਂਦਾ ਹੈ ਗਰੁੱਪ 16 ਚ ਆਉਂਦਾ ਵਾ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਦੀ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਗੱਲ ਕਰ ਲੈਂਦੇ ਆ ਕਿ ਇਹ ਹਾਈਲੀ ਇਲੈਕਟ੍ਰੋਨੈਗੇਟਿਵ ਹੁੰਦੇ ਆ ਪਲੀਜ਼ ਇਹ ਵਾਲੀ ਚੀਜ਼ ਮੜੀ ਜਿੱਦੇ ਰੱਖਣਾ ਹਾਈਲੀ ਇਲੈਕਟ੍ਰੋਨੈਗੇਟਿਵ ਹੁੰਦੇ ਆ ਹਾਈਲੀ ਇਲੈਕਟ੍ਰੋਨੈਗੇਟਿਵ ਹੁੰਦੇ ਆ ਸੋ ਇਹਦੇ ਵਿੱਚ ਇਹ ਵਾਲੀ ਚੀਜ਼ ਮੇਨ ਹੈ ਜੀ ਇਸੇ ਕਰਕੇ ਇਹਨਾਂ ਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਥੋੜੀ ਜਿਹੀ ਇਸ ਤਰ੍ਹਾਂ ਦੀ ਹੁੰਦੀ ਹੈ ਸੋ ਆਪਾਂ ਇਹਨੂੰ ਕਰਕੇ ਵੇਖ ਲੈਂਦੇ ਹਾਂ ਸੋ ਇਹਦੇ ਵਾਸਤੇ ਦੇਖੋ ਜੀ ਇਹ ਵਾਲਾ ਤੁਸੀਂ ਚੀਜ਼ ਕਦੀ ਭੁੱਲਣੀ ਨਹੀਂ ਜੀ ਇਹਨੂੰ ਚੇਤੇ ਰੱਖਣਾ ਪੈਣਾ ਤੁਹਾਨੂੰ ਅੱਗੇ ਜਾ ਕੇ ਵੀ ਇਹਦੇ ਕੰਮ ਆਉਣਗੇ ਜਦੋਂ ਅੱਗੇ ਅਸੀਂ ਡਾਇਗਰਾਮ ਕਰਾਂਗੇ ਜਾਂ ਕੁਝ ਹੋਰ ਕਰਾਂਗੇ ਉਹਦੇ ਵਿੱਚ ਇਹਦੀ ਜ਼ਰੂਰਤ ਪੈਣੀ ਹੈ ਸਭ ਤੋਂ ਪਹਿਲਾਂ ਵੇਖੋ ਜੀ ਸਾਡੇ ਕੋਲ ਆ ਜਾਊਗਾ ਸਿਗਮਾ 1s2 ये तो आ गया जी बॉन्डिंग सिग्मा 1s2 उस तो बाद नाल ही आ गया जी ਇਹਦੀ ਜਿਹੜੀ એનર્ਜੀ ਸਾਰਿਆਂ ਨੂੰ ਘੱਟ ਹੋਊਗੀ ਇਸ ਤੋਂ ਜ਼ਿਆਦਾ એનર્ਜੀ ਕਿਹਦੀ ਹੋਊਗੀ ਜੀ ਐਂਟੀ ਬੌਂਡਿੰਗ ਨੂੰ ਸਟਾਰ ਨਾਲ ਡਿਨੋਟ ਕਰਦੇ ਆ ਜੀ 1s2 ਠੀਕ ਹੈ ਜੀ ਉਸ ਤੋਂ ਬਾਅਦ ਇਸ ਤੋਂ ਜ਼ਿਆਦਾ એનર્ਜੀ ਕਿਹਦੀ ਹੋਊਗੀ ਆਪਾਂ ਇਹਦਾ ਕੰਟੀਨਿਊ ਚੱਲਦੇ ਰਹਿਣਾ ਅੱਗੇ ਇਸ ਤੋਂ ਜਿਹੜੀ એનર્ਜੀ ਜ਼ਿਆਦਾ ਕਿਹਦੀ ਹੋਊਗੀ ਜੀ ਇਹਦੇ ਵਾਸਤੇ ਵੇਖੋ ਜੀ ਆ ਜਾਊਗਾ ਅੱਗੇ बॉन्डिंग सिग्मा 2s2 उस तो बाद देखो जी एंटी बॉन्डिंग तो सॉरी बॉन्डिंग तो बाद एंटी बॉन्डिंग होगा हुन अगले बंदे आ गया जी एंटी बॉन्डिंग सिग्मा 2s2 उस तो बाद देखो जी पहला 1s आ गया फिर 2s आ गया उस तो बाद 2s तो बाद 2p आ जाऊगा हुन अपन 2p की गल कर लेंगे क्योंकि ਇਹਦੇ ਵਿੱਚ એનર્ਜੀ ਲੈਵਲ ਸਾਰੇ ਨੇ ਬੜੇ ਹੀ ਆ ਪਹਿਲਾਂ 1s ਫਿਰ 2s ਫਿਰ 2p ਉਹ ਸੇਮ ਚੀਜ਼ ਇਹਦੇ ਵਿੱਚ ਚੱਲਦੀ ਜਾਣ ਰਹੀ ਹੈ ਇਹਨੂੰ ਯਾਦ ਰੱਖਣ ਦਾ ਤਰੀਕਾ ਇਹੋ ਹੀ ਹੈ ਜੀ ਇਹ ਵਾਲੇ એનર્ਜੀ ਲੈਵਲ ਵਾਲੇ ਸੋ ਇਹਦੇ ਵਿੱਚ ਅੱਗੇ ਵੇਖੋ ਜੀ 2s ਤੋਂ ਬਾਅਦ ਕੀ ਆ ਜਾਊਗਾ 2pz ਆ ਜਾਊਗਾ ਮੀਨ 2s ਤੋਂ ਬਾਅਦ 2p ਆ ਜਾਂਦਾ ਵਾ ਹੁਣ ਇਹਦੇ ਵਿੱਚ ਸਾਡਾ ਕੀ ਆ ਜਾਊਗਾ એનર્ਜੀ ਗ੍ਰੇਟਰ ਦੈਨ ਬੌਂਡਿੰਗ ਸਿਗਮਾ 2pz ਔਰ ਇਹਦੀ ਪਾਵਰ ਵੀ 2 ਆ ਜਾਊਗੀ ਉਸ ਤੋਂ ਬਾਅਦ ਦੇਖੋ ਜੀ ਅੱਗੇ ਆ ਗਿਆ फिर अं ग्रेटर का तो चलो इतों शुरू कर लेंगे अगे फिर अं ग्रेटर देन का साइन पा लिया और अगे देखो जी ये आ जाऊगा हम अं गल करेंगे पाई बॉन्डिंग की सिग्मा तो बाद पाई की गल करेंगे ये पाई बॉन्डिंग होगी जी पाई बॉन्डिंग ये होंगी है जो भी साढ़े को 2px हो या 2py हो ये साइड जी ओवरलैप करते हैं उत्थे पाई बॉन्डिंग होती है और ये SS के हमेशा ही सिग्मा बॉन्डिंग होती है और SS ਦੇ ਵਿੱਚ ਵੀ ਸਿਗਮਾ ਬੌਂਡਿੰਗ ਹੁੰਦੀ ਹੈ और बाद P ਦੇ ਵਿੱਚ ਵੀ ਸਿਗਮਾ ਬੌਂਡਿੰਗ ਹੁੰਦੀ ਹੈ और ਉਸ ਤੋਂ ਬਾਅਦ ਅਸੀਂ ਅੱਗੇ ਹੁਣ ਅਸੀਂ ਪਾਈ ਬੌਂਡ ਦੀ ਗੱਲ ਕਰਨੀ ਹੈ ਪਾਈ ਬੌਂਡ ਕਿਹੜਾ ਆ ਜਾਊਗਾ ਸਾਡਾ ਜੀ ਇਹਦੇ ਵਿੱਚ ਆ ਜਾਊਗਾ बॉन्डिंग पाई 2px और इसे ਇਹਦੀ ਪਾਵਰ 2 ਆ ਜਾਊਗੀ और ਇਹ ਕਿਹਦੀ ਇਕੁਅਲ ਹੋਊਗੀ ਜੀ 2py ठीक है जी तो ये वाला ਤੁਹਾਡਾ ਕੀ ਆ ਗਿਆ ਜੀ ਇਹ ਤੁਹਾਡਾ ਪਾਈ ਬੌਂਡ ਆ ਗਿਆ और पाई बॉन्ड की वैल्यू कहते 2py के बराबर होगी
उस तो बाद ये वैल्यू देखो जी अगे कि इक्वल होगी, यदि एनर्जी के तो ज्यादा बल्कि ये तो ज्यादा कि एनर्जी होगी, ये तो ज्यादा ही गल कर लेंगे अगे। ये आ जाऊगा एंटी बॉन्डिंग, एंटी बॉन्डिंग पाई, एंटी बॉन्डिंग पाई 2px स्क्वायर, और यदि एनर्जी कहते इक्वल होगी एंटी बॉन्डिंग, एंटी बॉन्डिंग, एंटी बॉन्डिंग पाई, एंटी बॉन्डिंग पाई 2p बाई, और ये पावर 2 आ जाऊगी। सो बेटे इतने मेरे को पाई लाने का चेता भुल गया, इतने पाई ला लो जी नाल, क्योंकि इतने बॉन्डिंग 2px है और एक इक्वल होगा बॉन्डिंग 2p बाई स्क्वायर। ये इक्वल टू का साइन है जी, इक्वल टू ध्यान ना पा लो बड़ा जा, ठीक है जी। और इतने भी इक्वल टू है जी वाला, क्योंकि जो 2px हैगा वा बॉन्डिंग 2p पाई 2px है, और वो कहते इक्वल है बॉन्डिंग 2p बाई दे। ये तो एंटी बॉन्डिंग पाई 2px इज इक्वल टू एंटी बॉन्डिंग पाई 2p बाई, ये इक्वल है। उस तो बाद देखो ये लास्ट क्या होगा, लास्ट साढ़े आ जाऊगा फिर एंटी बॉन्डिंग सिग्मा, और नाल की आ गई 2p जेड दा स्क्वायर, ठीक है जी। देखो जी एक बार एनर्जी लेवल आ देखो मड़ा जा, पहला 1s आ गया, उस तो बाद 1s तो बाद जिथे 1 एक बारी बॉन्डिंग 1s आ गया, एक बारी एंटी बॉन्डिंग 1s आ गया, उस तो बाद फिर एक बारी बॉन्डिंग सिग्मा आ गया, और एक बारी एंटी बॉन्डिंग सिग्मा आ गया। इस तरह फिर अगे ये तो बाद 2s तो बाद 2p आ जाता वा, फिर बॉन्डिंग 2p जेड आ गया, और बॉन्डिंग 2p जेड तो बाद देखो जी एक बारी साडे कोल बॉन्डिंग पाई 2px और 2p बाई आ गया, और एक बारी एंटी बॉन्डिंग 2px 2p बाई आ गया, और इस तो बाद लास्ट की है जी साडे कोल देखो फिर भी आ गया एंटी बॉन्डिंग 2p जेड आ गया, ठीक है जी। ਇਹਦੇ ਅਕੋਰਡਿੰਗ ਵੇਖੋ ਪਹਿਲਾਂ 1s ਫਿਰ 2s ਫਿਰ 2p ਇਦਾਂ ਕਰਕੇ ਅੱਗੇ ਇੰਟਰੋਡਿਊਸ ਹੁੰਦੇ ਜਾਣਗੇ। ਇਦਾਂ ਕਰਕੇ ਜਿਹੜੀ એનર્ਜੀ ਹੈ ਇਹਦੀ એનર્ਜੀ ਸਾਰਿਆਂ ਨੂੰ ਘੱਟ ਹੋਊਗੀ, ਇਹਦੀ એનર્ਜੀ ਸਾਰਿਆਂ ਨੂੰ ਜ਼ਿਆਦਾ ਹੋਊਗੀ। ਮੀਨ ਇਹ ਤੁਹਾਡਾ ਬੌਂਡਿੰਗ ਹੈ, ਬੌਂਡਿੰਗ ਤੋਂ ਪਤਾ ਲੋਅਰ એનર્ਜੀ ਲੈਵਲ ਹੁੰਦਾ ਵਾ, ਔਰ ਜਿਹੜਾ ਐਂਟੀ ਬੌਂਡਿੰਗ ਆ ਇਹਦੇ ਵਿੱਚ ਹਾਇਰ એનર્ਜੀ ਲੈਵਲ ਹੁੰਦਾ ਵਾ। ਸੋ ਅੱਗੇ ਵੇਖੋ ਜੀ ਇਹਦੇ ਹੀ ਗੱਲ ਕੀਤੀ ਹੈ ਜੀ ਇਹਦੇ ਵਿੱਚ ਆਕਸੀਜਨ ਔਰ ਫਲੋਰੀਨ ਦੀ, ਕਿਉਂਕਿ ਹਾਈਲੀ ਇਲੈਕਟ੍ਰੋਨੈਗੇਟਿਵ ਵੈਲਿਊ ਹੁੰਦੇ ਤੁਹਾਡੇ ਪੀਰੀਓਡਿਕ ਟੇਬਲ ਦੇ ਵਿੱਚ, ਔਰ ਇਹ ਅਸੀਂ ਅੱਗੇ ਉਹਦੇ ਵਿੱਚ ਜਾ ਕੇ ਪੜਾਂਗੇ ਵੀ ਜਿਹੜਾ ਸਾਡਾ की कहते हैं पीरियोडिक टेबल या पी ब्लॉक वाले चैप्टर से पढ़ांगे। इसमें देखो जी फॉर अदर अगे नोट कर लो जी, बड़ी बहुत इंपॉर्टेंट चीज है ਤੁਹਾਡੇ ਵਾਸਤੇ, फॉर अदर सेकंड रो एलिमेंट्स। इस तो बाद ਜਿਹੜੇ एलिमेंट्स ਹੋਣਗੇ ਪੀਰੀयोडिक ਟੇਬਲ ਦੇ ਵਿੱਚ ਉਹਦੇ ਵਿੱਚ ਦੇਖੋ ਜੀ ਕੀ ਆਊਗਾ, ਉਹਨੂੰ ਵੀ ਆਪਾਂ ਨੋਟ ਕਰ ਲੈਂਦੇ ਆ। ਉਹਨੂੰ ਨੋਟ ਕਰਨ ਵਾਸਤੇ ਆਪਾਂ ਇਹੋ ਲਾਈਨ ਫਿਰ ਅੱਗੇ ਫੋਲੋ ਕਰਦੇ ਜਾਂਦੇ ਹਾਂ। ਵੈਸੇ ਲਾਈਨ ਲਗਾ ਦਿੰਦਾ ਮੈਂ ਇਦਾਂ ਕਰਕੇ ਤੁਹਾਨੂੰ ਭੁਲੇਖਾ ਨਾ ਲੱਗੇ। ਸੋ ਲਾਈਨ ਲਗਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਅਗਲੇ ਵੀ ਨੋਟ ਕਰਦੇ ਹਾਂ। ਸੋ ਅਗਲੇ ਵਿੱਚ ਵੇਖੋ ਕੀ ਆਊਗਾ ਜੀ, ਇਹਦੇ ਵਿੱਚ ਸਾਡੇ ਕੋਲ ਆ ਗਿਆ ਪਹਿਲਾਂ ਸਾਡੇ ਕੋਲ ਉਹੀ ਹੈ ਜੀ, ਆਪਾਂ ਕਹਿ ਸਕਦੇ ਹਾਂ ਬੌਂਡਿੰਗ 1s2, ਉਸ ਤੋਂ ਬਾਅਦ ਗ੍ਰੇਟ ਇਹ ਤੋਂ ਕਿਹੜੀ ਜ਼ਿਆਦਾ એનર્ਜੀ ਹੋਊਗੀ एंटी बॉन्डिंग 1s2, उस तो बाद फिर बॉन्डिंग फिर देखो 1s तो बाद 2s आ गया, हम 2s इंट्रोड्यूस करावांगे। जो 2s ऑर्बिटल है वो भी आऊगा जी, पहला वाली बॉन्डिंग आऊगी, कह सकते हैं सिग्मा 2s2, उस तो बाद एंटी बॉन्डिंग 2s आ जाऊगा। सो एंटी बॉन्डिंग के नाल स्टार ला देंगे और नाल के आ जाऊगा 2s, और इदा करके दी पावर ला दो 2, उस तो बाद अगे फिर ग्रेटर देन, और इधर साडा आ जाऊगा जी इतने साडा आ गया पाई, कह सकते हैं बॉन्डिंग बॉन्डिंग पाई 2px, और यदि 2px की स्केयरिंग कर दो और इक्वल टू कहते होगा बॉन्डिंग पाई 2p बाई, और यदि स्केयरिंग कर दो ब्रैकेट लगा दो अगे तो ज्यादा एनर्जी फिर कहती होगी, इस तो बाद ज्यादा एनर्जी होगी फिर साडी सिग्मा बॉन्डिंग सिग्मा 2p जेड दा स्क्वायर, उस तो बाद फिर तो ज्यादा एनर्जी कहती होगी, फिर साडा एंटी बॉन्डिंग आ गया, और ये की है जी पाई एंटी बॉन्डिंग पाई, और नाल की है जी 2px दा स्क्वायर, और किहदे इक्वल होगा एंटी बॉन्डिंग पाई 2p बाई दा स्क्वायर,
एंटी बॉन्डिंग पाई 2p का 2p वाई का स्क्वायर और उस तो बाद तो ज्यादा एनर्जी कहती होगी फिर लास्ट वन आ गया जी लास्ट बार तो सारे पता लग ही गया ना इतने ही की यूज किया ही एंटी बॉन्डिंग सिग्मा 2p जेड का स्क्वायर सो इतने भी होगा एंटी बॉन्डिंग सिग्मा 2p जेड का स्क्वायर सो देखो जी ये सारे को पहला 1s आंदा वा ਇਹਦੇ ਵਿੱਚ ਵੀ 1s ਆਂਦਾ એનર્ਜੀ ਲੈਵਲ ਡਾਇਗਰਾਮ ਦੇ ਵਿੱਚ ਸੋ 1s ਦੀ એનર્ਜੀ ਸਾਰਿਆਂ ਨੂੰ ਘੱਟ ਆ ਔਰ ਦੇਖੋ ਸਾਰਿਆਂ ਨੂੰ ਜਿਆਦਾ એનર્ਜੀ ਕਿਹਦੀ ਆ ਗਈ ਐਂਟੀ ਬੌਂਡਿੰਗ 2p z ਦਾ ਸਕੁਅਰ ਕਹਿ ਸਕਦੇ ਹਾਂ ਐਂਟੀ ਬੌਂਡਿੰਗ ਜਿਹੜਾ ਹਾਇਰ એનર્ਜੀ ਲੈਵਲ ਤੇ ਬਣਦਾ ਸੋ ਇਹਦੀ ਵੈਲਿਊ ਸਾਰਿਆਂ ਨੂੰ ਜ਼ਿਆਦਾ ਆਊਗੀ ਔਰ 2p ਤੁਹਾਨੂੰ ਪਤਾ ਦੇਖੋ ਪਹਿਲਾਂ ਹੀ 1s ਇੰਟਰੋਡਿਊਸ ਕਰਾਇਆ 1s ਚੱਲਦਾ ਫਿਰ 2s ਇੰਟਰੋਡਿਊਸ ਕਰਾਤਾ 2s ਤੋਂ ਬਾਅਦ ਫਿਰ 2p ਇੰਟਰੋਡਿਊਸ ਕਰਾਤਾ ਔਰ ਇਦਾਂ ਕਰਕੇ ਸੋ ਹੋ ਗਈ ਕਿ એનર્ਜੀ ਲੈਵਲ ਜਿਹੜੇ ਚੱਲਦੇ ਜਾਂਦੇ ਆ ਸੋ ਇਹਨੂੰ ਯਾਦ ਰੱਖਣ ਦਾ ਤਰੀਕਾ ਵਾ ਕਿ ਇਹ ਵਾਲੀ ਡਾਇਗਰਾਮ ਤੁਸੀਂ ਨਾਲ ਬਣਾ ਲੈਣੀ ਹੈ ਪਰ ਤੁਹਾਨੂੰ ਪਤਾ ਲੱਗ ਜੂਗਾ ਕਿ ਲੋ એનર્ਜੀ ਲੈਵਲ ਤੇ એનર્ਜੀ ਘੱਟ ਹੁੰਦੀ ਆ ਹਾਇਰ એનર્ਜੀ ਲੈਵਲ ਤੇ એનર્ਜੀ ਜ਼ਿਆਦਾ ਹੁੰਦੀ ਆ ਕਹਿ ਸਕਦੇ ਬੌਂਡਿੰਗ ਵੇਲੇ એનર્ਜੀ ਘੱਟ ਹੁੰਦੀ ਆ ਪਰ ਐਂਟੀ ਬੌਂਡਿੰਗ ਵਾਲੀ એનર્ਜੀ ਬਹੁਤ ਜ਼ਿਆਦਾ ਹੁੰਦੀ ਆ ਸੋ ਇਹਦੇ ਕਰਕੇ ਇਹ ਵਾਲੀ ਤੁਹਾਡੀ ਇਲੈਕਟ੍ਰਿਕ ਡਾਇਗਰਾਮ ਇਦਾਂ ਕਰਕੇ ਜਿਹੜੀ ਇਹ ਵਾਲੀ ਚੀਜ਼ ਫੋਲੋ ਕਰਦੇ ਜਾਣਾ ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਅਸੀਂ ਪਹਿਲਾਂ ਗੱਲ ਕੀਤੀ ਸਿਰਫ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਇਹ ਸਿਰਫ ਇੰਨੇ ਟੌਪਿਕ ਦੀ ਗੱਲ ਹੋਈ ਹੈ ਜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਹੁਣ ਅੱਗੇ ਅਸੀਂ ਗੱਲ ਕਰਨੀ ਹੈ ਮੋਲੀਕੂਲਰ ਬਿਹੇਵੀਅਰ ਦੀ ਸੋ ਮੋਲੀਕੂਲਰ ਬਿਹੇਵੀਅਰ ਵਾਸਤੇ ਸਾਡੇ ਕੋਲ ਇੱਕ ਚੀਜ਼ ਹੁੰਦੀ ਹੈ ਜੀ ਜਿਵੇਂ ਕਹਿ ਦਿੰਦੇ ਆ ਬੌਂਡ ਆਰਡਰ ਹੋ ਸਕਦਾ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਵੇ ਔਰ ਜਿਹੜਾ ਬੌਂਡ ਆਰਡਰ ਹੈ ਉਹਦੀ ਆਪਾਂ ਡੈਫੀਨੇਸ਼ਨ ਦੀ ਪਹਿਲਾਂ ਆਪਾਂ ਗੱਲ ਕਰ ਲੈਂਦੇ ਮੈਂ ਡੈਫੀਨੇਸ਼ਨ ਤੇ ਨੋਟ ਕਰ ਦਿੰਦਾ ਵਾ ਤੁਸੀਂ ਇਹ ਵਾਲੀ ਡੈਫੀਨੇਸ਼ਨ ਜਿਹੜੀ ਆ ਆਪਦੀ ਕਾਪੀ ਦੇ ਉੱਤੇ ਵੀ ਨੋਟ ਕਰ ਲੈਣੀ ਹੈ ਇਹਦਾ ਆਪਾਂ ਲਿਖ ਲੈਂਦੇ ਇਹਦੇ ਵਿੱਚ ਨੰਬਰ ਆਫ बॉन्डिंग जहां पर कोवलेंट बॉन्डिंग कह सकते हैं नंबर ऑफ सॉरी बॉन्डिंग लिखो कोवलेंट ना करो नंबर ऑफ बॉन्डिंग पॉसिबल इन बिटवीन छोटा पा दो आपकी कॉपी तो बड़ा नोट करना वा नंबर ऑफ बॉन्डिंग पॉसिबल इन बिटवीन 2